ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਥੀਓ, ਮੈਂ ਅਵਤਾਰ ਕਮਾਲ ਨੇ ਤੁਹਾਡੀ ਸਹਾਇਤਾ ਲਈ ਅਵਰ ਸਕੂਲ ਲਾਇਬ੍ਰੇਰੀ YouTube ਚੈਨਲ ਬਣਾਇਆ ਹੈ। ਇਸ ਚੈਨਲ ਤੋਂ ਮੈਂ ਤੁਹਾਨੂੰ ਤੁਹਾਡੀ ਸਕੂਲ ਦੀ ਲਾਇਬ੍ਰੇਰੀ ਵਿੱਚ ਪਈਆਂ ਕਿਤਾਬਾਂ ਬਾਰੇ ਜਾਣਕਾਰੀ ਦੇਵਾਂਗਾ। ਤੁਹਾਡੀ ਸਕੂਲ ਦੀ ਲਾਇਬ੍ਰੇਰੀ ਵਿੱਚ ਕਿਹੜੀ ਕਿਤਾਬ ਪਈ ਹੈ ਅਤੇ ਉਸ ਵਿੱਚ ਕੀ ਪੜ੍ਹਨ ਯੋਗ ਹੈ, ਇਸ ਚੈਨਲ ਤੋਂ ਮੈਂ ਤੁਹਾਨੂੰ ਸਹੀ ਜਾਣਕਾਰੀ ਦੇਵਾਂਗਾ। ਇਸ ਕਰਕੇ ਸਾਥੀਓ, ਮੇਰਾ ਚੈਨਲ ਅਵਰ ਸਕੂਲ ਲਾਇਬ੍ਰੇਰੀ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਘੰਟੀ ਵਾਲਾ ਬਟਨ ਵੀ ਨੱਪ ਦਿਓ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਮਨਪਸੰਦ ਪੁਸਤਕ ਲੱਭ ਜਾਵੇ। ਬੱਚਿਓ, ਜੋ ਅੱਜ ਪੁਸਤਕਾਂ ਦੀ ਜਾਣਕਾਰੀ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਉਹ ਵਿਗਿਆਨ ਨਾਲ ਸੰਬੰਧਿਤ ਯੂਨੀਸਟਾਰ ਵਿਗਿਆਨ ਵਿਸ਼ਵਕੋਸ਼ ਹਨ, ਜਿਸ ਨੂੰ ਪੜ੍ਹ ਕੇ ਤੁਸੀਂ ਵਿਗਿਆਨ ਨਾਲ ਸੰਬੰਧਿਤ ਗੱਲਾਂ ਸਮਝ ਸਕੋਗੇ। ਪਹਿਲੀ ਕਿਤਾਬ ਯੂਨੀਸਟਾਰ ਵਿਗਿਆਨ ਵਿਸ਼ਵਕੋਸ਼ ਮਾਨਵ ਸਰੀਰ ਹੈ। ਇਸ ਕਿਤਾਬ ਦਾ ਪੰਜਾਬੀ ਅਨੁਵਾਦ ਅਭੈ ਸਿੰਘ ਜੀ ਨੇ ਕੀਤਾ ਹੈ। ਇਹ ਯੂਨੀਸਟਾਰ ਬੁੱਕਸ ਵੱਲੋਂ ਛਾਪੀ ਗਈ ਹੈ। ਇਸ ਕਿਤਾਬ ਵਿੱਚ ਕੁੱਲ 21 ਚੈਪਟਰ ਹਨ। ਸਭ ਤੋਂ ਪਹਿਲਾਂ ਮਨੁੱਖੀ ਸਰੀਰ ਦੇ ਪਿੰਜਰ ਬਾਰੇ ਦੱਸਿਆ ਗਿਆ ਹੈ। ਪਿੰਜਰ ਜਿਸ ਨਾਲ ਸਰੀਰ ਚੱਲ ਫਿਰ ਸਕਦਾ ਹੈ ਅਤੇ ਸਾਨੂੰ ਸ਼ਕਲ ਦਿੰਦਾ ਹੈ। ਇਸ ਕਿਤਾਬ ਵਿੱਚ ਚਿੱਤਰਾਂ ਰਾਹੀਂ ਪਿੰਜਰ ਬਾਰੇ ਇੱਕ ਗੱਲ ਲਿਖੀ ਹੈ। ਮਾਸਪੇਸ਼ੀਆਂ ਚੈਪਟਰ ਵਿੱਚ ਦੱਸਿਆ ਗਿਆ ਹੈ ਇਹ ਕਿਵੇਂ ਕੰਮ ਕਰਦੀਆਂ ਹਨ, ਇਹ ਕੀ ਹੁੰਦੀਆਂ ਹਨ, ਕਿਹੜੀਆਂ ਮਾਸਪੇਸ਼ੀਆਂ ਇੱਛਤ ਹਨ ਜਾਂ ਸਵੈ ਇੱਛਤ ਹਨ ਅਤੇ 3 ਕਿਸਮ ਦੀਆਂ ਮਾਸਪੇਸ਼ੀਆਂ ਕਿਹੜੀਆਂ ਹਨ। ਅਗਲੇ ਚੈਪਟਰ ਵਿੱਚ ਸੰਚਾਰ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵਿੱਚ ਦਿਲਾਂ ਦੇ ਭਾਗਾਂ ਬਾਰੇ, ਲਹੂ ਦੇ ਸੰਚਾਰ ਬਾਰੇ, ਪਲਾਜ਼ਮਾ ਕੀ ਹੈ, RBC, WBC ਕੀ ਹਨ, ਪਲੇਟਲੈਟਸ ਕੀ ਹਨ, ਕੀ ਕੰਮ ਕਰਦੇ ਹਨ, ਇਸ ਬਾਰੇ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ। ਅਗਲਾ ਚੈਪਟਰ ਦੰਦਾਂ ਬਾਰੇ ਹੈ। ਕਹਿੰਦੇ ਹਨ ਦੰਦ ਗਏ ਸਵਾਦ ਗਿਆ। ਇਸ ਵਿੱਚ ਦੰਦਾਂ ਦੇ ਹਿੱਸਿਆਂ ਬਾਰੇ ਜਾਣਕਾਰੀ ਦਿੱਤੀ ਹੈ। ਦੰਦਾਂ ਦੀਆਂ ਕਿਸਮਾਂ ਬਾਰੇ ਦੱਸਿਆ ਗਿਆ ਹੈ। ਦੰਦ ਕਿਉਂ ਅਤੇ ਕਿਵੇਂ ਗਲਦੇ ਹਨ, ਬਹੁਤ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਸਾਨੂੰ 2 ਵਾਰੀ ਬੁਰਸ਼ ਕਿਉਂ ਕਰਨਾ ਚਾਹੀਦਾ ਹੈ। ਅਗਲਾ ਚੈਪਟਰ ਹਾਜ਼ਮਾ ਹੈ, ਜਿਸ ਵਿੱਚ ਆਪਣੇ ਸਰੀਰ ਵਿੱਚ ਭੋਜਨ ਕਿਵੇਂ ਹਜਮ ਹੁੰਦਾ ਹੈ, ਇਸ ਬਾਰੇ ਕਾਫੀ ਵਿਸਤਾਰ ਨਾਲ ਦੱਸਿਆ ਹੈ। ਥੁੱਕ ਬਣਨ ਦੇ ਕੀ ਕਾਰਨ ਹਨ, ਮਿਹਦੇ ਦਾ ਕੀ ਕੰਮ ਹੈ, ਛੋਟੀ ਅੰਤੜੀ ਅਤੇ ਵੱਡੀ ਅੰਤੜੀ ਵਿੱਚ ਕਿਵੇਂ ਭੋਜਨ ਨੂੰ ਲਹੂ ਵਿੱਚ ਤਬਦੀਲ ਕਰਦੀ ਹੈ, ਪਾਚਨ ਰਸਾਂ ਦਾ ਕੀ ਕੰਮ ਹੈ। ਭੋਜਨ ਤੇ ਖੁਰਾਕ ਵਿੱਚ ਦੱਸਿਆ ਗਿਆ ਹੈ ਸਾਨੂੰ ਭੋਜਨ ਦੀ ਕਿਉਂ ਲੋੜ ਹੈ, ਕਿਸ ਭੋਜਨ ਵਿੱਚ ਕੀ ਤੱਤ ਹਨ, ਕਿਹੜਾ ਭੋਜਨ ਛੇਤੀ ਹਜਮ ਹੁੰਦਾ ਹੈ ਅਤੇ ਕਿਹੜਾ ਭੋਜਨ ਸਮਾਂ ਪਾ ਕੇ ਹਜਮ ਹੁੰਦਾ ਹੈ। ਖਣਿਜ, ਵਿਟਾਮਿਨ ਅਤੇ ਖੁਰਾਕੀ ਰੇਸ਼ੇ ਕੀ ਹੁੰਦੇ ਹਨ, ਪਾਣੀ ਦੀ ਸਰੀਰ ਨੂੰ ਕਿਉਂ ਜ਼ਰੂਰਤ ਹੁੰਦੀ ਹੈ। ਸਾਹ ਪ੍ਰਣਾਲੀ ਵਿੱਚ ਦੱਸਿਆ ਗਿਆ ਹੈ ਸਾਡੇ ਫੇਫੜੇ ਕੀ ਕੰਮ ਕਰਦੇ ਹਨ, ਇਹ ਸਾਡੇ ਸਰੀਰ ਨੂੰ ਆਕਸੀਜਨ ਕਿਵੇਂ ਪਹੁੰਚਾਉਂਦੇ ਹਨ, ਸਾਹ ਰਾਹੀਂ ਅਸੀਂ ਕਾਰਬਨ ਡਾਈਆਕਸਾਈਡ ਕਿਵੇਂ ਬਾਹਰ ਕੱਢਦੇ ਹਾਂ। ਕੰਠ ਮਤਲਬ ਵਾਇਸ ਬਾਕਸ ਦਾ ਕੀ ਕੰਮ ਹੈ, ਔਰਤਾਂ ਦੀ ਆਵਾਜ਼ ਕਿਉਂ ਪਤਲੀ ਹੁੰਦੀ ਹੈ ਅਤੇ ਮਰਦਾਂ ਦੀ ਆਵਾਜ਼ ਕਿਉਂ ਭਾਰੀ ਹੁੰਦੀ ਹੈ। ਜੀਵਨ ਵਾਸਤੇ ਊਰਜਾ ਵਿੱਚ ਦੱਸਿਆ ਹੈ ਕਿ ਸਾਡੇ ਸਰੀਰ ਨੂੰ ਊਰਜਾ ਕਿਉਂ ਜ਼ਰੂਰੀ ਹੈ। ਆਖਸੀ ਸਾਹ ਕਿਰਿਆ ਕੀ ਹੈ, ਕਿਸੇ ਮਨੁੱਖ ਦਾ ਭੋਜਨ ਹੌਲੀ ਕਿਉਂ ਪਚਦਾ ਹੈ ਪਰ ਕਿਸੇ ਹੋਰ ਆਦਮੀ ਦਾ ਤੇਜ਼ ਕਿਉਂ, ਅਤੇ ਕਸਰਤ ਕਿਉਂ ਕਰਨੀ ਚਾਹੀਦੀ ਹੈ ਅਤੇ ਸਰੀਰ ਕਿਉਂ ਥੱਕਦਾ ਹੈ। ਸੰਤੁਲਨ ਰੱਖਣਾ ਵਿੱਚ ਦੱਸਿਆ ਗਿਆ ਹੈ ਹਾਰਮੋਨਸ ਕੀ ਹੁੰਦੇ ਹਨ, ਨਿਕਾਸੀ ਅੰਗ ਕੀ ਹਨ, ਕਿਵੇਂ ਸਰੀਰ ਵਿੱਚੋਂ ਵਾਧੂ ਪਦਾਰਥ ਕੱਢਦੇ ਹਾਂ, ਪਿਸ਼ਾਬ ਪ੍ਰਣਾਲੀ ਕੀ ਹੈ। ਨਾੜੀ ਪ੍ਰਣਾਲੀ ਵਿੱਚ ਨਾੜੀ ਸੈੱਲ ਕੀ ਹੁੰਦੇ ਹਨ, ਨਿਊਰਾਨ ਦੇ ਹਿੱਸੇ ਕੀ ਕੰਮ ਕਰਦੇ ਹਨ, ਨਾੜੀਆਂ ਦੇ
ਨਾੜੀ ਤਰੰਗਾਂ ਦਾ ਕੀ ਕੰਮ ਹੈ, ਇਹਨਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਹੈ। ਦਿਮਾਗ ਵਿੱਚ ਦੱਸਿਆ ਗਿਆ ਹੈ। ਸਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ। ਦਿਮਾਗ ਦੇ ਮੁੱਖ 4 ਹਿੱਸੇ ਹੁੰਦੇ ਹਨ। ਉਹਨਾਂ ਦੇ ਕੀ ਕੰਮ ਹਨ। ਯਾਦ ਸ਼ਕਤੀ ਦੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਨੀਂਦ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਚਮੜੀ, ਨਹੁੰ ਤੇ ਵਾਲਾਂ ਵਿੱਚ ਦੱਸਿਆ ਗਿਆ ਹੈ। ਚਮੜੀ ਦੀਆਂ 2 ਪਰਤਾਂ ਦੇ ਕੀ ਕੰਮ ਹਨ। ਚਮੜੀ ਕਿਵੇਂ ਤਾਪਮਾਨ ਨੂੰ ਨਿਯੰਤਰਣ ਕਰਦੀ ਹੈ। ਨਹੁੰ ਤੇ ਵਾਲ ਕਿਵੇਂ ਸਾਡੇ ਸਰੀਰ ਵਿੱਚ ਪੈਦਾ ਹੁੰਦੇ ਹਨ ਤੇ ਵਾਲ ਕੱਟਣ 'ਤੇ ਪੀੜ ਕਿਉਂ ਨਹੀਂ ਹੁੰਦੀ। ਅੱਖਾਂ ਵਿੱਚ ਸਾਡੀਆਂ ਅੱਖਾਂ ਕਿਵੇਂ ਕੰਮ ਕਰਦੀਆਂ ਹਨ। ਅੱਖਾਂ ਵਿੱਚ ਸਲਾਖਾਂ ਤੇ ਕੁੱਪੀਆਂ ਕੀ ਹਨ। ਅਸੀਂ ਸਾਫ਼ ਕਿਵੇਂ ਵੇਖ ਸਕਦੇ ਹਾਂ ਤੇ ਅੱਖ ਦੀ ਸੁਰੱਖਿਆ ਕੌਣ ਕਰਦਾ ਹੈ, ਇਸ ਬਾਰੇ ਦੱਸਿਆ ਹੈ। ਕੰਨਾਂ ਚੈਪਟਰ ਵਿੱਚ ਕੰਨਾਂ ਬਾਰੇ ਦੱਸਿਆ ਹੈ। ਕੰਨ ਸਾਡੀ ਸੁਣਨ ਵਿੱਚ ਕਿਵੇਂ ਮਦਦ ਕਰਦੇ ਹਨ ਤੇ ਸਾਨੂੰ 2 ਕੰਨ ਕਿਉਂ ਮਿਲੇ ਹਨ। ਤੇ ਜੀਭ ਚੈਪਟਰ ਵਿੱਚ ਨੱਕ ਤੇ ਜੀਭ ਦੇ ਕੰਮ ਦੱਸੇ ਹਨ। ਨੱਕ ਦੇ ਅੰਦਰਲੇ ਹਿੱਸੇ ਵਿੱਚ ਵਾਲ ਕਿਉਂ ਹੁੰਦੇ ਹਨ ਤੇ ਨੱਕ ਖੁਸ਼ਬੂ ਤੇ ਬਦਬੂ ਕਿਵੇਂ ਸੁੰਘ ਕੇ ਦੱਸ ਦਿੰਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਗੰਧਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਸ ਤੋਂ ਬਾਅਦ ਜੀਭ ਦੇ ਸਵਾਦ ਬਾਰੇ ਵੀ ਜਾਣਕਾਰੀ ਦਿੱਤੀ ਹੈ। ਜੀਭ ਦਾ ਕਿਹੜਾ ਭਾਗ ਸਵਾਦ ਦੱਸਦਾ ਹੈ ਤੇ ਸਵਾਦ ਤੇ ਗੰਧ ਕੀ ਹਨ। ਤੇ ਅਗਲੇ ਚੈਪਟਰ ਸੰਤਾਨ ਦੀ ਉਤਪਤੀ ਵਿੱਚ ਬੱਚੇ ਦੇ ਪੈਦਾ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਵੱਡੇ ਹੋਣਾ ਤੇ ਬਦਲਣਾ ਚੈਪਟਰ ਵਿੱਚ ਦੱਸਿਆ ਗਿਆ ਹੈ ਕਿ ਜਦ ਅਸੀਂ ਬਚਪਨ ਤੋਂ ਜਵਾਨੀ ਵੱਲ ਵਧਦੇ ਹਾਂ ਤਾਂ ਸਾਡੇ ਸਰੀਰ ਵਿੱਚ ਕੀ ਤਬਦੀਲੀਆਂ ਆਉਂਦੀਆਂ ਹਨ ਤੇ ਸਾਡੇ ਸਰੀਰ ਦਾ ਵਿਕਾਸ ਕਿਵੇਂ ਹੁੰਦਾ ਹੈ। ਜੀਨ ਵਿਗਿਆਨ ਚੈਪਟਰ ਵਿੱਚ ਜੀਨਸ ਕਿਵੇਂ ਕੰਮ ਕਰਦੇ ਹਨ। ਕ੍ਰੋਮੋਸੋਮਸ ਕੀ ਹੁੰਦੇ ਹਨ। DNA ਕੀ ਹੈ। ਜੀਨ ਤਕਨਾਲੋਜੀ ਵਿੱਚ DNA ਦੀ ਪੂਰੀ ਬਣਤਰ ਦੱਸੀ ਗਈ ਹੈ। DNA ਦੀ ਖੋਜ ਕਿਸ ਨੇ ਕੀਤੀ ਤੇ ਜੀਨੋਮ ਕੀ ਹੈ। ਅਗਲਾ ਚੈਪਟਰ ਨਸਲੀਕਰਨ ਹੈ। ਇਸ ਵਿੱਚ ਜੀਨ ਸੁਧਾਰ ਦੀ ਗੱਲ ਕੀਤੀ ਹੈ। ਕਲੋਨ ਕਿਵੇਂ ਬਣਦੇ ਹਨ ਤੇ ਜੀਨ ਸੁਧਾਰ ਉਤਪਾਦ ਕੀ ਹਨ। ਬਿਮਾਰੀਆਂ ਦਾ ਮੁਕਾਬਲਾ ਚੈਪਟਰ ਵਿੱਚ ਦੱਸਿਆ ਗਿਆ ਹੈ। ਜਰਾਸੀਮ ਕੀ ਹਨ। ਵਾਇਰਸ ਕਿਵੇਂ ਆਪਣੇ ਸਰੀਰ ਨੂੰ ਬਿਮਾਰ ਕਰਦੇ ਹਨ। ਚਿੱਟੇ ਲਹੂ ਸੈੱਲ ਦਾ ਕੀ ਕੰਮ ਹੈ। ਇਮਿਊਨਿਟੀ ਕੀ ਹੈ ਤੇ ਇਸ ਦੀ ਤਾਕਤ ਕਿਵੇਂ ਵਧਾਈ ਜਾ ਸਕਦੀ ਹੈ। ਦਵਾਈ ਚੈਪਟਰ ਵਿੱਚ ਸਾਨੂੰ ਸਮਝਾਉਂਦਾ ਹੈ ਕਿ ਦਵਾਈ ਸਾਨੂੰ ਕਿਉਂ ਜ਼ਰੂਰੀ ਹੈ। ਕਈ ਰੋਗਾਂ ਤੋਂ ਅਸੀਂ ਬਿਨਾਂ ਦਵਾਈ ਤੋਂ ਵੀ ਠੀਕ ਹੋ ਜਾਂਦੇ ਹਾਂ। ਟੈਸਟ ਕਿਉਂ ਕੀਤੇ ਜਾਂਦੇ ਹਨ। ਦਵਾਈਆਂ ਕਿਵੇਂ ਬਣਦੀਆਂ ਹਨ। ਆਪਰੇਸ਼ਨ ਕੀ ਹੁੰਦਾ ਹੈ। ਹੋਮੋਪੈਥੀ ਕੀ ਹੈ। ਐਕੂਪੰਕਚਰ ਨਾਲ ਇਲਾਜ ਕਿਵੇਂ ਕੀਤਾ ਜਾਂਦਾ ਹੈ। ਨਸ਼ੀਲੀਆਂ ਵਸਤਾਂ ਸਾਡੇ ਸਰੀਰ 'ਤੇ ਕੀ ਅਸਰ ਪਾਉਂਦੀਆਂ ਹਨ। ਬੱਚਿਓ, ਇਸ ਕਿਤਾਬ ਨੂੰ ਜ਼ਰੂਰ ਪੜ੍ਹੋ। ਮੈਂ ਇਹ ਕਿਤਾਬ ਦੀ ਜਾਣਕਾਰੀ ਹਰੇਕ ਬੱਚੇ ਲਈ ਦਿੱਤੀ ਹੈ। ਪ੍ਰਾਇਮਰੀ, ਮਿਡਲ ਤੇ ਹਾਈ ਸਕੂਲ ਦੀ ਲਾਇਬ੍ਰੇਰੀ ਵਿੱਚ ਆਪਣੀ ਲੋੜ ਮੁਤਾਬਕ ਕਿਤਾਬ ਲੱਭ ਕੇ ਪੜ੍ਹੋ। ਇਹ ਕਿਤਾਬ ਤੁਹਾਡੇ ਸਰੀਰ ਦੇ ਹਰ ਪਾਰਟਸ ਬਾਰੇ ਜਾਣਕਾਰੀ ਦਿੰਦੀ ਹੈ। ਇਸ ਕਿਤਾਬ ਨੂੰ ਖਰੀਦ ਕੇ ਘਰ ਵੀ ਰੱਖ ਲਓ ਤੇ ਇਸ ਕਿਤਾਬ ਦੀ ਜਾਣਕਾਰੀ ਸਮੇਂ-ਸਮੇਂ 'ਤੇ ਪ੍ਰਾਪਤ ਕਰੋ। ਅਗਲੀ ਕਿਤਾਬ ਯੂਨਿਸਟਾਰ ਵਿਗਿਆਨ ਵਿਸ਼ਵਕੋਸ਼ ਊਰਜਾ, ਬਲ ਤੇ ਗਤੀ ਹੈ। ਇਹ ਕਿਤਾਬ ਵੀ ਵਿਗਿਆਨ ਨਾਲ ਸੰਬੰਧਿਤ ਹੈ। ਇਹ ਕਿਤਾਬ ਵੀ ਅਭੈ ਸਿੰਘ ਜੀ ਨੇ ਲਿਖੀ ਹੈ। ਇਹ ਕਿਤਾਬ 5ਵੀਂ ਕਲਾਸ ਤੋਂ ਉੱਪਰ ਵਾਲੇ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਬਾਕੀ ਇਸ ਕਿਤਾਬ ਦਾ ਗਿਆਨ ਹਾਸਲ ਕਰਨ ਲਈ ਸਾਰੇ ਪੜ੍ਹੋ। ਪਹਿਲਾ ਚੈਪਟਰ ਊਰਜਾ ਹੈ, ਜੋ ਊਰਜਾ ਦੇ ਰੂਪਾਂ ਬਾਰੇ ਗਿਆਨ ਦਿੰਦਾ ਹੈ। ਊਰਜਾ ਲੜੀ ਵਿੱਚ ਸਮਝਾਇਆ ਹੈ ਕਿ ਇੱਕ ਊਰਜਾ ਦੂਜੀ ਊਰਜਾ ਵਿੱਚ ਕਿਵੇਂ ਬਦਲ ਜਾਂਦੀ ਹੈ। ਊਰਜਾ ਦੇ ਸੋਮੇ ਕਿਹੜੇ-ਕਿਹੜੇ ਹਨ। ਪਥਰਾਟ ਬਾਲਣ ਕੀ ਹੁੰਦੇ ਹਨ। ਸੂਰਜੀ ਊਰਜਾ ਨੂੰ ਅਸੀਂ ਕਿਵੇਂ ਦੂਸਰੀਆਂ ਊਰਜਾਵਾਂ ਵਿੱਚ ਵਰਤ ਸਕਦੇ ਹਾਂ। ਗਰਮੀ ਚੈਪਟਰ ਵਿੱਚ ਤਾਪ ਗਰਮੀ ਬਾਰੇ ਜਾਣਕਾਰੀ ਦਿੱਤੀ ਹੈ। ਤਾਪ ਊਰਜਾ ਕੀ ਹੁੰਦੀ ਹੈ। ਤਾਪ ਦਾ ਵਿਸਤਰਣ ਕਿਉਂ ਹੁੰਦਾ ਹੈ। ਇਸ ਨੂੰ ਜੂਲਜ਼ ਵਿੱਚ ਨਾਪਿਆ ਜਾਂਦਾ ਹੈ। ਇਸ ਦੀ ਖੋਜ ਜੇਮਜ਼ ਜੂਲ ਨੇ ਕੀਤੀ ਸੀ ਤੇ ਇਹ ਵੀ ਦੱਸਿਆ ਹੈ ਕਿ ਥਰਮਾਮੀਟਰ ਕਿਵੇਂ ਕੰਮ ਕਰਦਾ ਹੈ। ਗਰਮੀ ਦਾ ਤਬਾਦਲਾ ਚੈਪਟਰ ਵਿੱਚ ਸਵੈਣ ਤਰੰਗਾਂ ਬਾਰੇ ਦੱਸਿਆ ਗਿਆ ਹੈ। ਚਾਲਣ ਵਿਧੀ ਕਿਵੇਂ ਕੰਮ ਕਰਦੀ ਹੈ। ਰੇਡੀਏਸ਼ਨ ਕੀ ਹੁੰਦਾ ਹੈ
ਤੇ ਥਰਮਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਰੇਡੀਓ ਐਕਟੀਵਿਟੀ ਵਿੱਚ ਦੱਸਿਆ ਗਿਆ ਹੈ ਨਿਊਕਲੀਅਰ ਊਰਜਾ ਕੀ ਹੁੰਦੀ ਹੈ, ਅਲਫਾ ਬੀਟਾ ਅਤੇ ਗਾਮਾ ਕੀ ਹਨ, ਰੇਡੀਏਸ਼ਨ ਦੇ ਕੀ ਲਾਭ ਹਨ ਤੇ ਹਸਪਤਾਲਾਂ ਵਿੱਚ ਰੇਡੀਓ ਐਕਟਿਵ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ। ਰੇਡੀਓ ਐਕਟਿਵ ਦੇ ਖਤਰੇ ਤੋਂ ਬਚਾਉਣ ਲਈ ਇਸ ਨੂੰ ਕਿਵੇਂ ਰੱਖਿਆ ਜਾਂਦਾ ਹੈ। ਨਿਊਕਲੀ ਸ਼ਕਤੀ ਚੈਪਟਰ ਵਿੱਚ ਨਿਊਕਲੀ ਪ੍ਰਤੀਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਹੈ। ਨਿਊਕਲੀ ਸੰਯੋਜਨ ਤੇ ਨਿਊਕਲੀ ਵਿਖੰਡਨ ਕੀ ਹਨ, ਐਟਮਿਕ ਬੰਬ ਕਿਉਂ ਖਤਰਨਾਕ ਹੁੰਦੇ ਹਨ, ਨਿਊਕਲੀ ਸ਼ਕਤੀ ਨਾਲ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ। ਬਲ, ਕਿਸੇ ਚੀਜ਼ ਨੂੰ ਧੱਕਣ ਜਾਂ ਖਿੱਚਣ ਨੂੰ ਬਲ ਕਹਿੰਦੇ ਹਨ। ਬਲ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ, ਬਲ ਦੀ ਮਿਣਤੀ ਕਿਵੇਂ ਹੁੰਦੀ ਹੈ, ਚੁੰਬਕੀ ਬਲ ਕੀ ਹੈ, ਘੁਮਾਵੀ ਬਲ ਤੇ ਲਚਕ ਕੀ ਹੁੰਦੀ ਹੈ, ਇਸ ਸੰਬੰਧੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਗਤੀ ਵਿਗਿਆਨ ਚੈਪਟਰ ਵਿੱਚ ਨਿਊਟਨ ਦੀ ਗਤੀ ਦੇ 3 ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ। ਗਤੀਹੀਣਤਾ ਕੀ ਹੁੰਦੀ ਹੈ, ਵੇਗ ਕੀ ਹੁੰਦਾ ਹੈ। ਰਗੜ ਵਿੱਚ ਇਹ ਦੱਸਿਆ ਗਿਆ ਹੈ ਸੜਕਾਂ ਕਿਉਂ ਖੁਰਦਰੀਆਂ ਬਣਾਈਆਂ ਜਾਂਦੀਆਂ ਹਨ। ਰਗੜ ਨੂੰ ਘਟਾਉਣ ਲਈ ਮਸ਼ੀਨਾਂ ਤੇ ਤੇਲ ਕਿਉਂ ਵਰਤਿਆ ਜਾਂਦਾ ਹੈ। ਗੱਡੀਆਂ ਨੂੰ ਹਵਾ ਦਾ ਰਗੜ ਘਟਾਉਣ ਲਈ ਧਾਰਾ ਰੇਖੀ ਕਿਉਂ ਬਣਾਇਆ ਜਾਂਦਾ ਹੈ। ਪਾਣੀ ਵਿੱਚ ਜਾਨਵਰ ਕਿਵੇਂ ਰਗੜ ਤੋਂ ਬਚਦੇ ਹਨ ਤੇ ਪੁਲਾੜ ਵਿੱਚ ਰਗੜ ਕਿਉਂ ਘੱਟ ਹੁੰਦੀ ਹੈ। ਗਤੀ ਚੈਪਟਰ ਵਿੱਚ ਕੋਈ ਚੀਜ਼ ਕਿਸ ਤਰ੍ਹਾਂ ਚੱਲਦੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਹੈ। ਚਾਲ ਦੀ ਮਿਣਤੀ ਕਿਸ ਤਰ੍ਹਾਂ ਹੁੰਦੀ ਹੈ, ਵੇਗ ਅਤੇ ਪ੍ਰਵੇਗ ਕੀ ਹਨ ਤੇ ਅੰਤਵੇਗ ਕੀ ਹੁੰਦਾ ਹੈ। ਕੇਂਦਰ ਮੁਖੀ ਸ਼ਕਤੀ ਦੀ ਉਦਾਹਰਨ ਵੀ ਦਿੱਤੀ ਗਈ ਹੈ। ਗੁਰੂਤਾ ਚੈਪਟਰ ਵਿੱਚ ਦੱਸਿਆ ਹੈ ਗੁਰੂਤਾ ਉਹ ਸ਼ਕਤੀ ਹੈ ਜਿਸ ਨਾਲ ਚੀਜ਼ਾਂ ਇੱਕ ਦੂਜੀ ਨੂੰ ਖਿੱਚਦੀਆਂ ਹਨ। ਗੁਰੂਤਾ ਤੇ ਪੁੰਜ ਕੀ ਹਨ, ਗੁਰੂਤਾ ਦਾ ਕੇਂਦਰ ਕੀ ਹੁੰਦਾ ਹੈ, ਧਰਤੀ ਤੇ ਚੰਦ ਦਾ ਆਪਸੀ ਵਿੱਚ ਕੀ ਅਸਰ ਪੈਂਦਾ ਹੈ। ਦਬਾਅ, ਜਦੋਂ ਕਿਸੇ ਚੀਜ਼ ਉੱਪਰ ਸ਼ਕਤੀ ਲੱਗਦੀ ਹੈ ਤਾਂ ਇਹ ਦਬਾਅ ਪਾਉਂਦੀ ਹੈ। ਵਾਯੂਮੰਡਲ ਦਬਾਅ ਕੀ ਹੁੰਦਾ ਹੈ, ਜਲ ਦਬਾਅ, ਮਸ਼ੀਨਾਂ ਕੀ ਹੁੰਦੀਆਂ ਹਨ ਤੇ ਅੱਗ ਬੁਝਾਊ ਯੰਤਰ ਕਿਵੇਂ ਕੰਮ ਕਰਦਾ ਹੈ। ਸਧਾਰਨ ਮਸ਼ੀਨਾਂ ਦੀ ਵਰਤੋਂ ਕਿਉਂ ਤੇ ਕਿਸ ਲਈ ਕੀਤੀ ਜਾਂਦੀ ਹੈ। ਕਾਰਜ ਤੇ ਸ਼ਕਤੀ ਕੀ ਹੁੰਦਾ ਹੈ, ਇਸ ਦੀ ਮਿਣਤੀ ਕਿਵੇਂ ਕੀਤੀ ਜਾਂਦੀ ਹੈ। ਤੈਰਨਾ ਚੈਪਟਰ ਵਿੱਚ ਦੱਸਿਆ ਹੈ ਅਸੀਂ ਪਾਣੀ ਵਿੱਚ ਕਿਵੇਂ ਤੈਰ ਲੈਂਦੇ ਹਾਂ। ਆਰਕਿਮੀਡੀਜ਼ ਦਾ ਸਿਧਾਂਤ ਕੀ ਹੈ, ਘਣਤਾ ਕੀ ਹੁੰਦੀ ਹੈ। ਜਹਾਜ਼ ਹਵਾ ਵਿੱਚ ਕਿਵੇਂ ਉੱਡਦੇ ਹਨ। ਵੱਡੇ ਵੱਡੇ ਸਮੁੰਦਰੀ ਜਹਾਜ਼ ਪਾਣੀ ਵਿੱਚ ਕਿਵੇਂ ਤੈਰਦੇ ਹਨ। ਸਮੁੰਦਰੀ ਜਹਾਜ਼ ਅਤੇ ਕਿਸ਼ਤੀਆਂ ਵਿੱਚ ਹਾਈਡਰੋਕਲੋਰੋਫਿਲ ਅਤੇ ਹੋਵਰਕਰਾਫਟ ਕੀ ਹੁੰਦੇ ਹਨ ਤੇ ਪਣਡੁੱਬੀਆਂ ਕਿਵੇਂ ਕੰਮ ਕਰਦੀਆਂ ਹਨ, ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਡਾਨ ਵਿੱਚ ਦੱਸਿਆ ਗਿਆ ਹੈ ਕਿ ਜਹਾਜ਼ ਕਿਵੇਂ ਉੱਡਦੇ ਹਨ ਤੇ ਜਹਾਜ਼ ਨੂੰ ਕਾਬੂ ਵਿੱਚ ਕਿਵੇਂ ਰੱਖਿਆ ਜਾਂਦਾ ਹੈ। ਉਡਾਨ ਦੇ 4 ਬਲ ਕਿਹੜੇ ਹਨ। ਹਵਾਈ ਜਹਾਜ਼ ਦੀ ਬਣਤਰ ਵਿੱਚ ਹਵਾਈ ਜਹਾਜ਼ ਤੇ ਹੈਲੀਕਾਪਟਰ ਬਾਰੇ ਵਿਸਤਾਰ ਨਾਲ ਸਮਝਾਇਆ ਹੈ। ਇੰਜਣਾਂ ਚੈਪਟਰ ਵਿੱਚ ਦੱਸਿਆ ਗਿਆ ਹੈ ਕਿ ਭਾਫ ਇੰਜਣ ਦੀ ਖੋਜ ਲਗਭਗ 300 ਸਾਲ ਪਹਿਲਾਂ ਹੋਈ ਸੀ ਤੇ ਜੇਮਸ ਵਾਟ ਵਾਲਾ ਇੰਜਣ ਦਾ ਪ੍ਰਯੋਗ ਸਭ ਤੋਂ ਵੱਧ ਹੋਇਆ। ਇੰਜਣ ਕਿਵੇਂ ਕੰਮ ਕਰਦੇ ਹਨ ਇਸ ਬਾਰੇ ਵੀ ਜਾਣਕਾਰੀ ਮਿਲਦੀ ਹੈ। ਪੈਟਰੋਲ ਇੰਜਣ ਤੇ ਡੀਜ਼ਲ ਇੰਜਣ ਵਿੱਚ ਕੀ ਫਰਕ ਹੈ। ਹਵਾਈ ਜਹਾਜ਼ ਤੇ ਰਾਕਟ ਵਿੱਚ ਕਿਹੜਾ ਇੰਜਣ ਵਰਤਿਆ ਜਾਂਦਾ ਹੈ। ਆਖਰੀ ਚੈਪਟਰ ਕਾਰਾਂ ਤੇ ਮੋਟਰਸਾਈਕਲ ਵਿੱਚ ਦੱਸਿਆ ਗਿਆ ਹੈ ਕਾਰ 120 ਸਾਲ ਪਹਿਲਾਂ ਬਣੀ ਸੀ। ਕਾਰ ਦੇ ਇੰਜਣ ਦੀ ਸ਼ਕਤੀ ਕੀ ਹੁੰਦੀ ਹੈ, ਇਸ ਦਾ ਇੰਜਣ ਕਿਵੇਂ ਕੰਮ ਕਰਦਾ ਹੈ। ਇਸ ਤਰ੍ਹਾਂ ਮੋਟਰਸਾਈਕਲ ਬਾਰੇ ਵੀ ਸਮਝਾਇਆ ਹੈ। ਗੇਅਰਾਂ ਅਤੇ ਬ੍ਰੇਕਾਂ ਬਾਰੇ ਵੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ। ਬੱਚੋ ਇਹ ਦੋਨੋਂ ਕਿਤਾਬਾਂ ਜ਼ਰੂਰ ਪੜ੍ਹੋ। ਇਹ ਕਿਤਾਬਾਂ ਤੁਹਾਡੇ ਵਿਗਿਆਨ ਨਾਲ ਸੰਬੰਧਿਤ ਕਾਫੀ ਸਾਰੇ ਸਵਾਲਾਂ ਦੇ ਜਵਾਬ ਦੇਣਗੀਆਂ। ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਇਸ ਲਈ ਵਿਗਿਆਨਕ ਚੀਜ਼ਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਹ ਦੋਨੋਂ ਕਿਤਾਬਾਂ 5ਵੀਂ ਤੋਂ ਉੱਪਰ ਵਾਲੇ ਬੱਚੇ ਚੰਗੀ ਤਰ੍ਹਾਂ ਸਮਝ ਸਕਦੇ ਹਨ। ਮਾਪੇ ਵੀ ਇਹ ਕਿਤਾਬਾਂ ਪੜ੍ਹ ਕੇ ਬੱਚਿਆਂ ਨੂੰ ਬਹੁਤ ਸਾਰੀਆਂ ਗੱਲਾਂ ਸਮਝਾ ਸਕਦੇ ਹਨ। ਇਸ ਲਈ ਤੁਸੀਂ ਆਪਣੀ ਸਕੂਲ ਲਾਇਬ੍ਰੇਰੀ ਵਿੱਚ ਜਾਓ, ਜਾ ਕੇ ਕਿਤਾਬਾਂ ਲੱਭ ਕੇ ਪੜ੍ਹੋ
ਪੜ੍ਹ ਕੇ ਮੇਰੇ ਚੈਨਲ ਤੇ ਕਮੈਂਟ ਵੀ ਕਰੋ। ਧੰਨਵਾਦ।